क्लास 9वीं पाठ 3 ਭਾਰਤ ਜਲ ਪ੍ਰਵਾਹ। ਕਿਸੇ ਇਲਾਕੇ ਵਿੱਚ ਵਹਿਣ ਵਾਲੀਆਂ ਨਦੀਆਂ, ਦਰਿਆਵਾਂ ਤੇ ਨਹਿਰਾਂ ਦੇ ਜਲ ਨੂੰ ਜਲ ਪ੍ਰਵਾਹ ਕਹਿੰਦੇ ਹਨ। ਕੁਦਰਤ ਨੇ ਭਾਰਤ ਨੂੰ ਸੈਂਕੜੇ ਵੱਡੀਆਂ ਛੋਟੀਆਂ ਨਦੀਆਂ ਬਖਸ਼ੀਆਂ ਹਨ। ਜਲ ਪ੍ਰਵਾਹ ਬਾਰੇ ਕੁਝ ਤੱਥ ਵਿਦਿਆਰਥੀਆਂ ਲਈ ਸਮਝਣੇ ਬਹੁਤ ਜ਼ਰੂਰੀ ਹਨ, ਜਿਵੇਂ ਦੁਆਬ ਜਾਂ ਜਲ ਵਿਭਾਜਕ ਅਤੇ ਜਲ ਨਿਕਾਸ ਦੇ ਸਰੂਪ ਆਦਿ। ਦੁਆਬ ਦੋ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਅਸੀਂ ਦੁਆਬ ਆਖਦੇ ਹਾਂ। ਜਲ ਵਿਭਾਜਕ ਵਾਟਰ ਡਿਵਾਈਡ ਕੋਈ ਵੀ ਉੱਚਾ ਖੇਤਰ, ਜਿਵੇਂ ਕੋਈ ਪਰਬਤ ਜਾਂ ਉੱਚੀ ਭੂਮੀ ਜੋ ਦੋ ਜਲ ਪ੍ਰਵਾਹਾਂ ਨੂੰ ਵੰਡਦੀ ਹੋਵੇ, ਜਲ ਵਿਭਾਜਕ ਕਹਾਉਂਦੀ ਹੈ। ਅਪ੍ਰਵਾਹ ਖੇਤਰ ਕਿਸੇ ਦਰਿਆ ਤੇ ਉਸਦੀ ਸਹਾਇਕ ਨਦੀਆਂ ਦੇ ਲਾਗਲੇ ਖੇਤਰ, ਜਿੱਥੋਂ ਉਹ ਜਲ ਪ੍ਰਾਪਤ ਕਰਦੇ ਹਨ, ਨੂੰ ਅਪ੍ਰਵਾਹ ਖੇਤਰ ਕਹਿੰਦੇ ਹਨ। ਇਸ ਚਿੱਤਰ ਵਿੱਚ ਜਲ ਵਿਭਾਜਕ ਦੀ ਬਣਿਆ ਹੋਇਆ ਹੈ। ਜਿਸ ਤਰ੍ਹਾਂ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ, ਕੋਈ ਵੀ ਉੱਚਾ ਖੇਤਰ, ਜਿਵੇਂ ਕੋਈ ਪਰਬਤ ਜਾਂ ਉੱਚੀ ਭੂਮੀ ਜੋ ਦੋ ਜਲ ਪ੍ਰਵਾਹਾਂ ਨੂੰ ਵੰਡਦੀ ਹੋਵੇ, ਜਲ ਵਿਭਾਜਕ ਕਹਾਉਂਦੀ ਹੈ। ਜਿਵੇਂ ਕੋਈ ਦੋ ਦਰਿਆ ਇਕੱਠੇ ਵਗਦੇ ਜਾਣ, ਪਰ ਉਹ ਦਿਖਣ ਵਿੱਚ ਇਕੱਠੇ ਲੱਗਦੇ ਹਨ, ਪਰ ਉਹਨਾਂ ਵਿੱਚ ਕੁਛ ਅਜਿਹਾ ਬਣਿਆ ਹੁੰਦਾ ਹੈ, ਵੱਟ ਟਾਈਪ, ਜਿਸ ਨੂੰ ਜਲ ਵਿਭਾਜਕ ਕਿਹਾ ਜਾਂਦਾ ਹੈ। ਜਲ ਨਿਕਾਸ ਸਰੂਪ ਧਰਤੀ ਦੇ ਕਿਸੇ ਵੀ ਹਿੱਸੇ ਉੱਤੇ ਵਹਿੰਦਾ ਪਾਣੀ ਕਈ ਵੱਖੋ ਵੱਖ ਸਰੂਪ ਬਣਾਉਂਦਾ ਹੈ, ਜੋ ਜਲ ਨਿਕਾਸ ਸਰੂਪ ਕਹਾਉਂਦੇ ਹਨ। ਅਸਲ ਵਿੱਚ ਹਰ ਨਦੀ ਜਾਂ ਦਰਿਆ ਹੀ ਵੱਖੋ ਵੱਖ ਇਲਾਕਿਆਂ ਵਿੱਚੋਂ ਵਗਦਾ ਹੋਇਆ ਅਪ੍ਰਵਾਹ ਦੇ ਕਈ ਨਮੂਨੇ ਬਣਾਉਂਦਾ ਹੈ। ਇਹਨਾਂ ਨਮੂਨਿਆਂ ਵਿੱਚ ਕੁਝ ਇਸ ਪ੍ਰਕਾਰ ਹਨ। ਡੰਡੀਦਾਰ ਅਪ੍ਰਵਾਹ ਗੰਗਾ ਬ੍ਰਹਮਪੁੱਤਰ ਨਦੀਆਂ ਦਾ ਸਰੂਪ। ਸਮਾਨਾਂਤਰ ਅਪ੍ਰਵਾਹ ਪੱਛਮੀ ਘਾਟ ਦੀਆਂ ਨਦੀਆਂ ਦਾ ਸਰੂਪ। ਜਾਲੀਨੁਮਾ ਅਪ੍ਰਵਾਹ ਛੋਟਾ ਨਾਗਪੁਰ ਪਠਾਰ ਦੀਆਂ ਨਦੀਆਂ ਦਾ ਸਰੂਪ। ਚੱਕਰੀ ਅਪ੍ਰਵਾਹ ਨਰਮਦਾ, ਸੋਨ, ਮਹਾਨਦੀ, ਅਮਰਕੰਟਕ ਤੋਂ ਨਿਕਲਣ ਵਾਲੀਆਂ ਨਦੀਆਂ ਦਾ ਸਰੂਪ। ਇਸ ਵਿੱਚ ਸਾਰੀਆਂ ਨਦੀਆਂ ਦਾ ਸਰੂਪ ਬਣਿਆ ਹੋਇਆ ਹੈ। ਪਹਿਲੀ ਤਸਵੀਰ ਵਿੱਚ ਡੈਂਡਰੇਟਿਕ ਡਰੇਨੇਜ ਦਾ ਚਿੱਤਰ ਬਣਿਆ ਹੋਇਆ ਹੈ। ਉਸ ਤੋਂ ਬਾਅਦ ਦੂਸਰੀ ਤਸਵੀਰ ਵਿੱਚ ਪੈਰਲਲ ਡਰੇਨਸ ਦਾ ਚਿੱਤਰ ਬਣਿਆ ਹੋਇਆ ਹੈ। ਤੀਸਰੀ ਵਿੱਚ ਟ੍ਰੇਲਿਸ ਦਾ, ਚੌਥੀ ਵਿੱਚ ਰੈਕਟੈਂਗੂਲਰ ਦਾ, ਪੰਜਵੀਂ ਵਿੱਚ ਡਰੇਨਸ ਦਾ ਅਤੇ ਛੇਵੀਂ ਵਿੱਚ ਰੀਡਾਇਲ ਦਾ। ਇਹ ਸਾਰੇ ਚਿੱਤਰਾਂ ਨੂੰ ਸਹੀ ਤਰ੍ਹਾਂ ਦੇਖਿਆ ਜਾਵੇ ਅਤੇ ਸਮਝਿਆ ਜਾਵੇ। ਭਾਰਤ ਦੇ ਨਦੀ ਤੰਤਰ ਨੂੰ ਅਸੀਂ 4 ਭਾਗਾਂ ਵਿੱਚ ਵੰਡ ਸਕਦੇ ਹਾਂ। ਨੰਬਰ 1 ਹਿਮਾਲਿਆ ਦੀਆਂ ਨਦੀਆਂ। ਨੰਬਰ 2 ਪ੍ਰਾਇਦੀਪੀ ਨਦੀ ਤੰਤਰ। ਨੰਬਰ 3 ਤੱਟ ਦੀਆਂ ਨਦੀਆਂ। ਨੰਬਰ 4 ਅੰਦਰੂਨੀ ਨਦੀ ਤੰਤਰ ਅਤੇ ਝੀਲਾਂ। ਭਾਰਤ ਦੀਆਂ ਪ੍ਰਮੁੱਖ ਨਦੀਆਂ। ਇਸ ਨਕਸ਼ੇ ਵਿੱਚ ਭਾਰਤ ਦੀਆਂ ਕਾਫੀ ਸਾਰੀਆਂ ਪ੍ਰਮੁੱਖ ਨਦੀਆਂ ਦਿਖਾਈਆਂ ਗਈਆਂ ਹਨ। ਇਸ ਨਕਸ਼ੇ ਨੂੰ ਚੰਗੀ ਤਰ੍ਹਾਂ ਦੇਖਿਆ ਜਾਵੇ ਅਤੇ ਸਮਝਿਆ ਜਾਵੇ। ਹਿਮਾਲਿਆਈ ਨਦੀ ਤੰਤਰ। ਹਿਮਾਲਿਆ ਦੇ ਨਦੀ ਤੰਤਰ ਵਿੱਚ 3 ਪ੍ਰਮੁੱਖ ਨਦੀਆਂ ਸਿੰਧ, ਗੰਗਾ, ਬ੍ਰਹਮਪੁੱਤਰ ਅਤੇ ਉਹਨਾਂ ਦੀਆਂ ਸਹਾਇਕ ਨਦੀਆਂ ਆਉਂਦੀਆਂ ਹਨ। ਹਿਮਾਲਿਆ ਦੀਆਂ ਕਈ ਨਦੀਆਂ ਹਿਮਾਲਿਆ ਪਰਬਤਾਂ ਦੇ ਬਣਨ ਤੋਂ ਪਹਿਲਾਂ ਵੀ ਵਹਿੰਦੀਆਂ ਰਹੀਆਂ ਹਨ। ਸਿੰਧ, ਸਤਲੁਜ, ਅਲਕਨੰਦਾ, ਗੰਡਕ, ਕੋਸੀ ਤੇ ਬ੍ਰਹਮਪੁੱਤਰ ਨਦੀਆਂ ਦੇ ਡੂੰਘੇ ਖੱਡ ਇਸ ਗੱਲ ਦੇ ਗਵਾਹ ਹਨ, ਸੋ ਇਹ ਨਦੀਆਂ ਦੀ ਉਦਾਹਰਨ ਹਨ। ਹਿਮਾਲਿਆ ਦੀਆਂ ਨਦੀਆਂ ਬਾਰਾਂਮਾਸੀ ਹਨ। ਪਹਾੜਾਂ ਤੇ ਬਰਫ਼ ਪਿਘਲਣ ਨਾਲ ਇਹਨਾਂ ਨਦੀਆਂ ਵਿੱਚ ਸਾਰਾ ਸਾਲ ਪਾਣੀ ਭਰਿਆ ਰਹਿੰਦਾ ਹੈ। ਸਤਲੁਜ, ਗੰਗਾ, ਬ੍ਰਹਮਪੁੱਤਰ, ਨਰਮਦਾ, ਤਪੀ, ਕ੍ਰਿਸ਼ਨਾ, ਮਹਾਨਦੀ, ਦਾਮੋਦਰ, ਇਹ ਸਾਰੀਆਂ ਨਦੀਆਂ ਇਸ ਚਿੱਤਰ ਵਿੱਚ, ਇਸ ਨਕਸ਼ੇ ਵਿੱਚ ਬਣੀਆਂ ਹੋਈਆਂ ਹਨ। ਸਿੰਧ ਅਤੇ ਉਸ ਦੀਆਂ ਸਹਾਇਕ ਨਦੀਆਂ। ਸਿੰਧ ਨਦੀ ਸਮੁੰਦਰ ਤਲ ਤੋਂ 5182 ਮੀਟਰ ਦੀ ਉਚਾਈ ਤੇ ਬੋਖਰ-ਸ਼ੂ ਹਿਮ ਨਦੀ ਤਿੱਬਤ ਤੋਂ ਨਿਕਲਦੀ ਹੈ। ਤਿੱਬਤ ਵਿੱਚ ਸਿੰਧ ਨੂੰ ਸਿੰਗੀ ਖੰਬਨ ਜਾਂ ਸ਼ੇਰ ਦਾ ਮੁੱਖ ਕਿਹਾ ਜਾਂਦਾ ਹੈ। ਭਾਰਤ ਵਿੱਚ ਪ੍ਰਵੇਸ਼ ਹੋਈ ਕਰਨ ਉਪਰੰਤ ਇਹ ਲੱਦਾਖ, ਜਾਸਕਰ, ਗਿਲਗਤ ਬਾਲਟਿਸਤਾਨ ਨੂੰ ਪਾਰ ਕਰਦੀ ਅਟਕ ਨੇੜੇ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੀ ਹੈ। ਸਿੰਧ ਨਦੀ ਦੀ ਕੁੱਲ ਲੰਬਾਈ 2880 ਕਿਲੋਮੀਟਰ ਹੈ। ਭਾਰਤ ਵਿੱਚ ਇਸ ਦੀ ਲੰਬਾਈ 709 ਕਿਲੋਮੀਟਰ ਹੈ। ਇਸ ਦੀਆਂ ਖੱਬੇ ਪਾਸੇ ਦੇ ਸਹਾਇਕ ਨਦੀਆਂ ਜਾਸਕਰ, ਚਨਾਬ, ਸਤਲੁਜ, ਸਵਾਨ, ਬਿਆਸ ਅਤੇ ਰਾਵੀ ਹਨ ਅਤੇ ਸੱਜੇ ਪਾਸਿਓਂ ਸ਼ਿਓਕ, ਗਿਲਗਿਤ, ਕਾਬੁਲ, ਸਕਾਰਦੂ ਤੇ ਸ਼ਿਗੋ ਆਦਿ ਹਨ। ਸਿੰਧ ਤੇ ਉਸ ਦੀਆਂ ਸਹਾਇਕ ਨਦੀਆਂ ਦੀ ਜਾਣਕਾਰੀ ਹੇਠ ਦਿੱਤੀ ਸਾਰਣੀ ਵਿੱਚ ਦਿੱਤੀ ਹੋਈ ਹੈ। ਨਦੀ ਦਾ ਨਾਂ ਸਿੰਧ। ਸ਼ੁਰੂਆਤੀ ਜਨਮ ਸਥਾਨ। ਸਿੰਧ ਨਦੀ ਬੋਖਰਸ਼ੂ
ਮਾਨਸਰੋਵਰ ਝੀਲ ਨੇੜੇ। ਇਸ ਦੀ ਕੁੱਲ ਲੰਬਾਈ 2880 ਹੈ ਅਤੇ ਭਾਰਤ ਵਿੱਚ 709। ਸਹਾਇਕ ਨਦੀਆਂ ਗਿਲਗਿਤ, ਸ਼ਿਊਕ, ਸ਼ਕਾਰਦੂ, ਸ਼ਿਗੋਂ, ਜਿਹਲਮ, ਚਨਾਬ, ਰਾਵੀ, ਬਿਆਸ ਤੇ ਸਤਲੁਜ। ਨਦੀ ਦਾ ਨਾਂ ਜਿਹਲਮ। ਸ਼ੁਰੂਆਤੀ ਜਨਮ ਸਥਾਨ ਪੀਰ ਪੰਜਾਲ ਵਿੱਚ ਵੈਰੀ ਨਾਗ ਝਰਨਾ। ਲੰਬਾਈ 400। ਸਹਾਇਕ ਨਦੀਆਂ ਕਸ਼ਮੀਰ ਘਾਟੀ ਵਿੱਚ ਵੂਲਰ ਝੀਲ ਰਾਹੀਂ ਹੁੰਦੀ ਹੋਈ ਪਾਕਿਸਤਾਨ ਵਿੱਚ ਦਾਖਲ ਹੁੰਦੀ ਹੈ। ਨਦੀ ਦਾ ਨਾਂ ਚਨਾਬ। ਬੜਾ ਲਾਚਾ ਦਰਾ ਹਿਮਾਚਲ ਪ੍ਰਦੇਸ਼। ਲੰਬਾਈ 1800 ਭਾਰਤ ਵਿੱਚ। ਸਹਾਇਕ ਨਦੀਆਂ ਮਾਰੋਸਦਰ ਤੇ ਤਵੀ। ਉਸ ਤੋਂ ਬਾਅਦ ਅਗਲੀ ਨਦੀ ਦਾ ਨਾਂ ਰਾਵੀ। ਸ਼ੁਰੂਆਤੀ ਜਨਮ ਸਥਾਨ ਰੋਹਤਾਂਗ ਹਿਮਾਚਲ ਪ੍ਰਦੇਸ਼। ਲੰਬਾਈ 725। ਸਹਾਇਕ ਨਦੀਆਂ ਉੱਜ, ਬੱਦਲ, ਸਿਓਲ। ਉਸ ਤੋਂ ਅਗਲੀ ਨਦੀ ਸਤਲੁਜ। ਸ਼ੁਰੂਆਤੀ ਜਨਮ ਸਥਾਨ ਰਕਤਸ਼ਾਲ 4,555 ਮੀਟਰ ਉਚਾਈ ਤੋਂ ਤਿੱਬਤ। ਲੰਬਾਈ 1150 ਭਾਰਤ ਵਿੱਚ। ਸਹਾਇਕ ਨਦੀਆਂ ਸਪੀਤੀ, ਸਵਾਨ, ਬਿਆਸ। ਸ਼ੁਰੂਆਤੀ ਜਨਮ ਸਥਾਨ ਰੋਹਤਾਂਗ, ਬਿਆਸ ਕੁੰਡ ਹਿਮਾਚਲ ਪ੍ਰਦੇਸ਼। ਲੰਬਾਈ 470। ਸਹਾਇਕ ਨਦੀਆਂ ਓਹਲ, ਸੁਕੇਤੀ, ਪਾਰਬਤੀ, ਤੀਰਚੱਕੀ, ਬਾਨਗੰਗਾ ਹਰੀਕੇ ਸਥਾਨ ਤੇ ਸਤਲੁਜ ਨਾਲ ਮਿਲਦੀ ਹੈ। ਗੰਗਾ ਜਲ ਤੰਤਰ। ਗੰਗਾ ਨਦੀ ਭਾਰਤ ਦੀ ਪਵਿੱਤਰ ਮੰਨੀ ਜਾਂਦੀ ਨਦੀ ਹੈ। ਗੰਗਾ ਉੱਤਰਾਖੰਡ ਵਿੱਚ ਗੰਗੋਤਰੀ ਗੋਮੁਖ ਹਿਮਨਦੀ ਤੋਂ ਜਨਮ ਲੈਂਦੀ ਹੈ। ਇਸ ਦੀ ਮੁੱਖ ਧਾਰਾ ਨੂੰ ਭਾਗੀਰਥੀ ਕਿਹਾ ਜਾਂਦਾ ਹੈ। ਦੇਵਪ੍ਰਯਾਗ ਵਿਖੇ ਅਲਕਨੰਦਾ ਨਾਲ ਸੰਗਮ ਤੋਂ ਬਾਅਦ ਇਸ ਨੂੰ ਗੰਗਾ ਦਾ ਨਾਮ ਦਿੱਤਾ ਜਾਂਦਾ ਹੈ। ਆਪਣੇ ਸ਼ੁਰੂਆਤੀ ਜਨਮ ਸਥਾਨ ਤੋਂ 280 ਕਿਲੋਮੀਟਰ ਤੱਕ ਸਫ਼ਰ ਕਰਨ ਤੋਂ ਬਾਅਦ ਹਰਿਦੁਆਰ ਵਿਖੇ ਇਹ ਮੈਦਾਨਾਂ ਵਿੱਚ ਦਾਖਲ ਹੁੰਦੀ ਹੈ। ਬੰਗਾਲ ਦੀ ਖਾੜੀ ਵਿੱਚ ਸਮੁੰਦਰ ਨਾਲ ਮੇਲ ਤੋਂ ਪਹਿਲਾਂ ਗੰਗਾ ਬ੍ਰਹਮਪੁੱਤਰ ਨਦੀ ਨਾਲ ਮਿਲ ਕੇ ਸੰਸਾਰ ਦਾ ਸਭ ਤੋਂ ਵਿਸ਼ਾਲ ਡੈਲਟਾ ਸੁੰਦਰਬਨ ਡੈਲਟਾ ਬਣਾਉਂਦੀ ਹੈ। ਗੰਗਾ ਤੇ ਉਸਦੀਆਂ ਸਹਾਇਕ ਨਦੀਆਂ ਬਾਰੇ ਜਾਣਕਾਰੀ ਇਸ ਸਾਰਣੀ ਵਿੱਚ ਦਿੱਤੀ ਗਈ ਹੈ। ਸਾਰਣੀ ਗੰਗਾ ਪ੍ਰਵਾਹ। ਨਦੀ ਦਾ ਨਾਮ ਗੰਗਾ। ਸ਼ੁਰੂਆਤੀ ਜਨਮ ਸਥਾਨ ਗੰਗੋਤਰੀ ਹਿਮਨਦੀ ਗੋਮੁਖ। ਲੰਬਾਈ 2525 ਕਿਲੋਮੀਟਰ। ਸਹਾਇਕ ਨਦੀਆਂ ਸੱਜੇ ਕੰਢਿਓਂ ਰਾਮਗੰਗਾ, ਗੋਮਤੀ, ਘਾਗਰਾ, ਗੰਡਕ, ਪੂਰੀ, ਗੰਡਕ ਕੋਸੀ। ਖੱਬੇ ਕੰਢਿਓਂ ਜਮੁਨਾ, ਸੋਨ, ਕੇਨ ਬੇਤਵਾ, ਚੰਬਲ। ਨਦੀ ਦਾ ਨਾਂ ਜਮੁਨਾ। ਸ਼ੁਰੂਆਤੀ ਜਨਮ ਸਥਾਨ ਯਮਨੋਤਰੀ ਹਿਮਨਦੀ। ਲੰਬਾਈ 1376 ਇਲਾਹਾਬਾਦ ਤੱਕ। ਸਹਾਇਕ ਨਦੀਆਂ ਚੰਬਾ, ਸਿੰਧ, ਬੇਤਵਾ, ਕੇਨ। ਨਦੀ ਦਾ ਨਾਮ ਸੋਨ। ਸ਼ੁਰੂਆਤੀ ਜਨਮ ਸਥਾਨ ਅਮਰਕੰਟਕ ਪਠਾਰ। ਲੰਬਾਈ 780 ਕਿਲੋਮੀਟਰ। ਨਦੀ ਦਾ ਨਾਮ ਰਾਮਗੰਗਾ। ਸ਼ੁਰੂਆਤੀ ਜਨਮ ਸਥਾਨ ਨੈਨੀਤਾਲ ਨੇੜੇ ਕੁਮਾਊਂ ਹਿਮਾਲਿਆ ਵਿੱਚ। ਲੰਬਾਈ 690 ਕਿਲੋਮੀਟਰ। ਨਦੀ ਦਾ ਨਾਂ ਘਾਗਰਾ। ਸ਼ੁਰੂਆਤੀ ਜਨਮ ਸਥਾਨ ਗੰਗੋਤਰੀ ਦੇ ਪੂਰਬ ਵਿੱਚ। ਲੰਬਾਈ 1180 ਕਿਲੋਮੀਟਰ। ਨਦੀ ਦਾ ਨਾਮ ਗੰਡਕ। ਸ਼ੁਰੂਆਤੀ ਜਨਮ ਸਥਾਨ ਨੇਪਾਲ ਚੀਨ ਸਰਹੱਦ ਤੋਂ। ਲੰਬਾਈ 425 ਕਿਲੋਮੀਟਰ ਭਾਰਤ ਵਿੱਚ। ਨਦੀ ਦਾ ਨਾਮ ਕੋਸੀ। ਲੰਬਾਈ 730 ਕਿਲੋਮੀਟਰ। ਨਦੀ ਦਾ ਨਾਮ ਦਮੋਦਰ। ਲੰਬਾਈ 541 ਕਿਲੋਮੀਟਰ। ਬ੍ਰਹਮਪੁੱਤਰ ਜਲ ਤੰਤਰ। ਬ੍ਰਹਮਪੁੱਤਰ ਨਦੀ ਤਿੱਬਤ ਵਿੱਚ ਕੈਲਾਸ਼ ਪਰਬਤ ਲੜੀ ਵਿੱਚ ਆਂਗਸੀ ਹਿਮਨਦੀ ਤੋਂ ਜਨਮ ਲੈਂਦੀ ਹੈ। ਮਰੀਅਮ ਲਾਦਰਾ ਬ੍ਰਹਮਪੁੱਤਰ ਤੇ ਸਤਲੁਜ ਦੇ ਸ਼ੁਰੂਆਤੀ ਸਥਾਨਾਂ ਨੂੰ ਅਲੱਗ ਕਰਦਾ ਹੈ। ਤਿੱਬਤ ਵਿੱਚ ਇਸ ਨੂੰ ਸਾਂਗਪੋ ਅਤੇ ਚੀਨੀ ਭਾਸ਼ਾ ਵਿੱਚ ਯਾਰਲੁੰਗ ਸਾਂਗਪੋ ਕਿਹਾ ਜਾਂਦਾ ਹੈ। ਬ੍ਰਹਮਪੁੱਤਰ ਦੀ ਕੁੱਲ ਲੰਬਾਈ 2900 ਕਿਲੋਮੀਟਰ ਹੈ। ਆਪਣੇ ਆਰੰਭਕ ਸਥਾਨ ਤੋਂ 1800 ਕਿਲੋਮੀਟਰ ਪੂਰਬ ਵੱਲ ਯਾਤਰਾ ਕਰਨ ਉਪਰੰਤ ਇਹ ਨਦੀ ਨਾਮਚਾ ਬਰਵਾ 7756 ਮੀਟਰ ਨੂੰ ਪਾਰ ਕਰਕੇ ਅਚਾਨਕ ਦੱਖਣ ਦਿਸ਼ਾ ਵੱਲ ਮੁੜ ਜਾਂਦੀ ਹੈ। ਦਿਹਾਂਗ ਹਿਮਾਲਿਆ ਨੂੰ ਪਾਰ ਕਰਕੇ ਆਸਾਮ ਘਾਟੀ ਵਿੱਚ ਸੈਦਿਆ ਨਾਮਕ ਸਥਾਨ ਵਿੱਚ ਪ੍ਰਵੇਸ਼ ਕਰਦੀ ਹੈ। ਫਿਰ ਇਹ ਪੱਛਮ ਦਿਸ਼ਾ ਵੱਲ ਮੁੜ ਜਾਂਦੀ ਹੈ ਤੇ ਗੰਗਾ ਨਾਲ ਮਿਲ ਕੇ ਸੁੰਦਰਬਨ
ਡੈਲਟਾ ਬਣਾਉਂਦੀ ਹੈ। ਅਸਾਮ ਵਿੱਚ ਮੰਜੂਲੀ ਦੀਪ ਦੁਨੀਆ ਦਾ ਸਭ ਤੋਂ ਵੱਡਾ ਨਦੀ ਵਿਚਲਾ ਦੀਪ ਹੈ। ਸੁਬਨਸਿਰੀ, ਕਾਮੇਂਗ, ਧਨਸਿਰੀ, ਦਿਹਾਂਗ, ਲੋਹਿਤ, ਤਿਸਤਾ, ਤੋਸਾ, ਮਾਨਸ ਆਦਿ ਇਸ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਹਨ। ਸਾਰਨੀ, ਬ੍ਰਹਮਪੁੱਤਰ ਅਤੇ ਉਸ ਦੀਆਂ ਸਹਾਇਕ ਨਦੀਆਂ। ਨਦੀ ਦਾ ਨਾਮ ਬ੍ਰਹਮਪੁੱਤਰ। ਸ਼ੁਰੂਆਤੀ ਜਨਮ ਸਥਾਨ ਕੈਲਾਸ਼ ਪਰਬਤ ਸ਼੍ਰੇਣੀ ਵਿੱਚ ਆਂਗਸੀ ਹਿਮਨਦੀ ਚੇਮਜਗੰਡ ਹਿਮਨਦੀ ਤੋਂ ਨਹੀਂ ਨਿਕਲਦੀ, ਜੋ 1930 ਵਿੱਚ ਜਗ੍ਹਾ ਮਿਥੀ ਗਈ ਸੀ। ਲੰਬਾਈ ਕਿਲੋਮੀਟਰਾਂ ਵਿੱਚ ਬ੍ਰਹਮਪੁੱਤਰ ਦੀ ਕੁੱਲ ਲੰਬਾਈ 2900 ਕਿਲੋਮੀਟਰ ਹੈ। ਇਸ ਦੀਆਂ ਸਹਾਇਕ ਨਦੀਆਂ ਸੁਬਨਸਿਰੀ, ਕਾਮੇਂਗ, ਧਨਸਿਰੀ, ਦਿਹਾਂਗ, ਲੋਹਿਤ, ਤੀਸਤਾ, ਤੋਰਸਾ, ਮਾਨਸ, ਪੁਰੀ, ਦਿਹਾਂਗ ਆਦਿ ਹਨ। ਪ੍ਰਾਇਦੀਪੀ ਜਲ ਤੰਤਰ। ਪ੍ਰਾਇਦੀਪੀ ਨਦੀਆਂ ਮੌਸਮੀ ਨਦੀਆਂ ਹਨ। ਇਹਨਾਂ ਨਦੀਆਂ ਵਿੱਚ ਪਾਣੀ ਵਰਖਾ ਰੁੱਤ ਵਿੱਚ ਜ਼ਿਆਦਾ ਹੁੰਦਾ ਹੈ। ਜ਼ਿਆਦਾਤਰ ਦੱਖਣ ਭਾਰਤੀ ਪ੍ਰਾਇਦੀਪੀ ਨਦੀਆਂ ਮਹਾਨਦੀ ਗੋਦਾਵਰੀ, ਕ੍ਰਿਸ਼ਨਾ, ਕਾਵੇਰੀ ਆਦਿ ਪੂਰਬ ਦਿਸ਼ਾ ਵੱਲ ਵਹਿੰਦੀਆਂ ਹਨ ਅਤੇ ਡੈਲਟੇ ਵੀ ਬਣਾਉਂਦੀਆਂ ਹਨ। ਨਰਮਦਾ ਤੇ ਤਾਪੀ ਨਦੀਆਂ ਪੱਛਮ ਦਿਸ਼ਾ ਵੱਲ ਵਗਦੀਆਂ ਹੋਈਆਂ ਐਸਚੁਰੀ ਬਣਾਉਂਦੀਆਂ ਹਨ। ਪ੍ਰਾਇਦੀਪੀ ਨਦੀਆਂ ਦੀ ਜਾਣਕਾਰੀ ਇਸ ਤਰ੍ਹਾਂ ਹੈ। ਮਹਾਨਦੀ ਛੱਤੀਸਗੜ੍ਹ ਰਾਜ ਦੇ ਦੰਡਾਕਾਰਨੀਆ ਤੋਂ ਨਿਕਲਦੀ ਹੈ। ਇਸ ਦੀ ਲੰਬਾਈ 858 ਕਿਲੋਮੀਟਰ ਹੈ। ਮਹਾਨਦੀ 3 ਦਿਸ਼ਾਵਾਂ ਉੱਤਰ, ਪੱਛਮ ਤੇ ਦੱਖਣ ਵਾਲੇ ਪਾਸਿਓਂ ਪਹਾੜਾਂ ਨਾਲ ਘਿਰੀ ਹੋਣ ਕਰਕੇ ਕਈ ਸਹਾਇਕ ਨਦੀਆਂ ਇਸ ਵਿੱਚ ਆ ਕੇ ਮਿਲਦੀਆਂ ਹਨ। ਇਬ, ਸ਼ਿਵਨਾਥ, ਮੰਡ, ਉਂਗ ਆਦਿ। ਗੋਦਾਵਰੀ ਗੰਗਾ ਤੋਂ ਬਾਅਦ ਭਾਰਤ ਦੀ ਦੂਸਰੀ ਸਭ ਤੋਂ ਲੰਬੀ ਨਦੀ ਹੈ। ਇਸ ਨੂੰ ਬਿਰਧ ਗੰਗਾ ਜਾਂ ਦੱਖਣੀ ਗੰਗਾ ਵੀ ਕਿਹਾ ਜਾਂਦਾ ਹੈ। ਗੋਦਾਵਰੀ ਨਦੀ ਮਹਾਰਾਸ਼ਟਰ ਵਿੱਚ ਬ੍ਰਹਮਗਿਰੀ ਦੀਆਂ ਪਹਾੜੀਆਂ ਵਿੱਚੋਂ ਨਾਸਿਕ ਤੇ ਤ੍ਰਿੰਬਕੇਸ਼ਵਰ ਤੋਂ ਨਿਕਲਦੀ ਹੈ। ਇਸ ਦੀ ਕੁੱਲ ਲੰਬਾਈ 1465 ਕਿਲੋਮੀਟਰ ਹੈ। ਪੇਨਗੰਗਾ, ਵੇਨਗੰਗਾ, ਵਾਰਦਾ, ਇੰਦਰਾਵਤੀ, ਸਾਬਰੀ, ਮੰਜਰਾ ਇਸ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਹਨ। ਕ੍ਰਿਸ਼ਨਾ ਪ੍ਰਾਇਦੀਪੀ ਨਦੀਆਂ ਵਿੱਚੋਂ ਦੂਸਰੀ ਸਭ ਤੋਂ ਲੰਬੀ ਨਦੀ ਹੈ। ਇਹ ਪੱਛਮੀ ਘਾਟ ਵਿੱਚ ਮਹਾਬਲੇਸ਼ਵਰ ਤੋਂ ਉਪਜਦੀ ਹੈ। ਇਸ ਦੀ ਕੁੱਲ ਲੰਬਾਈ 1400 ਕਿਲੋਮੀਟਰ ਹੈ। ਕੋਇਨਾ, ਘਾਟਪ੍ਰਭਾ, ਭੀਮਾ, ਤੁੰਗਭਦਰਾ, ਮਾਲਾਪ੍ਰਭਾ, ਮੋਨੇਰੂ, ਪੰਚਗੰਗਾ ਆਦਿ ਇਸ ਦੀਆਂ ਪ੍ਰਮੁੱਖ ਨਦੀਆਂ ਹਨ। ਕਾਵੇਰੀ ਨਦੀ ਕਰਨਾਟਕ ਦੇ ਕੋਡਗੂ ਜ਼ਿਲ੍ਹੇ ਵਿੱਚ ਪੱਛਮੀ ਘਾਟ ਵਿੱਚ ਤਾਲਕਾਵੇਰੀ ਤੋਂ ਜਨਮ ਲੈਂਦੀ ਹੈ। ਇਸ ਦੀ ਲੰਬਾਈ 800 ਕਿਲੋਮੀਟਰ ਹੈ। ਹੀਰਾਨੇਗੀ, ਹੇਮਾਵਤੀ, ਅਰਕਾਵਤੀ, ਕਾਬਾਨੀ ਅਤੇ ਅਮਰਾਵਤੀ ਇਸ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਹਨ। ਨਰਮਦਾ ਨਦੀ ਪੱਛਮ ਦਿਸ਼ਾ ਵੱਲ ਵਹਿਣ ਵਾਲੀ ਸਭ ਤੋਂ ਲੰਮੀ ਨਦੀ ਹੈ। ਇਹ ਮੱਧ ਪ੍ਰਦੇਸ਼ ਵਿੱਚ ਅਮਰਕੰਟਕ ਵਿੱਚ ਨਰਮਦਾ ਕੁੰਡ ਤੋਂ ਨਿਕਲਦੀ ਹੈ। ਆਪਣੇ ਆਰੰਭਕ ਸਥਾਨ ਤੋਂ ਲੈ ਕੇ ਖੰਬਾਤ ਦੀ ਖਾੜੀ ਤੱਕ ਇਸ ਦੀ ਲੰਬਾਈ 1312 ਕਿਲੋਮੀਟਰ ਹੈ। ਇਸ ਦਾ ਜਲ ਪ੍ਰਵਾਹ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਰਾਜਾਂ ਵਿੱਚ ਫੈਲਿਆ ਹੋਇਆ ਹੈ। ਮੱਧ ਪ੍ਰਦੇਸ਼ ਵਿੱਚ ਜਬਲਪੁਰ ਨੇੜੇ ਨਰਮਦਾ ਨਦੀ ਧੂਆਂਧਾਰ ਨਾਂ ਦਾ ਖੂਬਸੂਰਤ ਝਰਨਾ ਬਣਾਉਂਦੀ ਹੈ। ਪੁਰਨੇਰ, ਸ਼ੱਕਰ, ਦੁਧੀ, ਗੰਜਲ, ਹੀਰਾ, ਬਰਨਾ ਨਦੀਆਂ ਇਸ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਹਨ। ਤਾਪਤੀ ਨਦੀ ਨੂੰ ਤਾਪੀ ਨਦੀ ਵੀ ਕਿਹਾ ਜਾਂਦਾ ਹੈ। ਤਾਪਤੀ ਨਦੀ ਮੱਧ ਪ੍ਰਦੇਸ਼ ਵਿੱਚ ਬੈਤੂਲ ਜ਼ਿਲ੍ਹੇ ਦੇ ਮੁਲਤਾਈ ਨਾਮਕ ਸਥਾਨ ਤੋਂ ਨਿਕਲਦੀ ਹੈ। ਤਾਪਤੀ ਨਰਮਦਾ ਨਦੀ ਦੇ ਨਾਲ 7 ਕਿਲੋਮੀਟਰ ਤੱਕ ਚੱਲਦੀ ਹੈ ਅਤੇ ਖੰਬਾਤ ਦੀ ਖਾੜੀ ਵਿੱਚ ਡਿੱਗਦੀ ਹੈ। ਮਿੰਡੋਲਾ, ਗਿਰਨਾ, ਪੰਜਾਰਾ, ਪੂਰਨਾ, ਸਿਪਰਾ, ਅਰੁਣਾਵਤੀ ਆਦਿ ਇਸ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਹਨ। ਸਾਬਰਮਤੀ ਨਦੀ ਸਾਬਰ ਅਤੇ ਹਾਤਮਤੀ ਨਾਮ ਦੀਆਂ ਦੋ ਨਦੀਆਂ ਨੂੰ ਮਿਲ ਕੇ ਬਣਦੀ ਹੈ। ਸਾਬਰਮਤੀ ਨਦੀ ਅਰਾਵਲੀ ਦੀਆਂ ਪਹਾੜੀਆਂ ਵਿੱਚ ਮੇਵਾੜ ਨੇੜੇ ਦੇ ਬਾਰ ਝੀਲ ਤੋਂ ਨਿਕਲਦੀ ਹੈ। ਇਹ ਨਦੀ ਵੀ ਨਰਮਦਾ ਤੇ ਤਾਪਤੀ ਦੀ ਤਰ੍ਹਾਂ ਖੰਬਾਤ ਦੀ ਖਾੜੀ ਵਿੱਚ ਡਿੱਗਦੀ ਹੈ। ਇਸ ਦੀ ਲੰਬਾਈ 329 ਕਿਲੋਮੀਟਰ ਤੱਕ ਹੈ। ਹਾਤਮਤੀ, ਸੇਧੀ, ਵਾਕੁਲ, ਹਰਨਾਵ, ਮੇਸ਼ਵਾ ਆਦਿ ਇਸ ਦੀਆਂ ਸਹਾਇਕ ਨਦੀਆਂ ਹਨ। ਮਾਹੀ ਨਦੀ ਮੱਧ ਪ੍ਰਦੇਸ਼ ਵਿੱਚ ਨਿਕਲਦੀ ਹੈ ਅਤੇ ਰਾਜਸਥਾਨ ਹੁੰਦੀ ਹੋਈ ਗੁਜਰਾਤ ਵਿੱਚ ਵਹਿੰਦੀ ਹੈ। ਇਸ ਦੀ ਲੰਬਾਈ 580 ਕਿਲੋਮੀਟਰ ਹੈ। ਲੂਨੀ ਨਦੀ ਰਾਜਸਥਾਨ ਵਿੱਚ ਪੁਸ਼ਕਰ ਤੋਂ ਨਿਕਲਦੀ ਹੈ। 495 ਕਿਲੋਮੀਟਰ ਯਾਤਰਾ ਕਰਨ ਉਪਰੰਤ ਇਹ ਕੱਛ ਰੇਗਿਸਤਾਨ ਵਿੱਚ ਅਲੋਪ ਹੋ ਜਾਂਦੀ ਹੈ।
ਪ੍ਰਾयਦੀਪੀ ਨਦੀ ਪ੍ਰਵਾਹ ਪੂਰਬ ਵੱਲ ਵਹਿਣ ਵਾਲੀਆਂ ਨਦੀਆਂ। ਨਦੀ ਦਾ ਨਾਮ ਮਹਾਨਦੀ। ਸ਼ੁਰੂਆਤੀ ਸਥਾਨ ਛੱਤੀਸਗੜ੍ਹ ਰਾਜ ਵਿੱਚ ਰਾਏਪੁਰ ਲਾਗੇ ਦੰਡਾਕਾਰਨੀਆਂ ਤੋਂ। ਲੰਬਾਈ 857 ਕਿਲੋਮੀਟਰ। ਸਹਾਇਕ ਨਦੀਆਂ ਸ਼ਿਵਨਾਥ, ਇਬ, ਮੰਡ, ਉਂਗ ਆਦਿ। ਨਦੀ ਦਾ ਨਾਮ ਸੁਬਰਨੇਖਾ। ਸ਼ੁਰੂਆਤੀ ਸਥਾਨ ਰਾਂਚੀ, ਝਾਰਖੰਡ। ਲੰਬਾਈ 395 ਕਿਲੋਮੀਟਰ। ਸਹਾਇਕ ਨਦੀਆਂ ਦੁਲਕ, ਕਾਂਚੀ, ਗੁਰੂ ਆਦਿ। ਨੰਬਰ 3 ਗੋਦਾਵਰੀ। ਸ਼ੁਰੂਆਤੀ ਸਥਾਨ ਸਹਿਯਾਦਰੀ, ਨਾਸਿਕ, ਮਹਾਰਾਸ਼ਟਰ। ਲੰਬਾਈ 1465 ਕਿਲੋਮੀਟਰ। ਸਹਾਇਕ ਨਦੀਆਂ ਪੇਨਗੰਗਾ, ਵੇਨਗੰਗਾ, ਵਾਰਦਾ। ਨੰਬਰ 4 ਕ੍ਰਿਸ਼ਨਾ। ਪੱਛਮੀ ਘਾਟ ਮਹਾਬਲੇਸ਼ਵਰ। ਲੰਬਾਈ 1400। ਸਹਾਇਕ ਨਦੀਆਂ ਭੀਮਾ, ਤੁੰਗਭਦਰਾ, ਘਾਟਪ੍ਰਭਾ। ਨਦੀ ਦਾ ਨਾਂ ਕਾਵੇਰੀ। ਸ਼ੁਰੂਆਤੀ ਸਥਾਨ ਪੱਛਮੀ ਘਾਟ ਵਿੱਚ ਦਾਲਕਾਵੇਰੀ, ਬ੍ਰਹਮਗਿਰੀ ਦੀਆਂ ਪਹਾੜੀਆਂ ਵਿੱਚੋਂ। ਲੰਬਾਈ 800 ਕਿਲੋਮੀਟਰ। ਸਹਾਇਕ ਨਦੀਆਂ ਹੀਰਾਨਦੀ, ਹਮਾਵਤੀ, ਸ਼ਿਮਲਾ, ਅਰਾਵਤੀ, ਕਾਬਾਨੀ, ਭਵਾਨੀ, ਅਮਰਾਵਤੀ ਆਦਿ। ਪੱਛਮ ਵੱਲ ਵਹਿਣ ਵਾਲੀਆਂ ਨਦੀਆਂ। ਸਾਬਰਮਤੀ। ਮੇਵਾੜ, ਅਰਾਵਲੀ ਸ਼੍ਰੇਣੀ, ਰਾਜਸਥਾਨ। ਲੰਬਾਈ 320 ਕਿਲੋਮੀਟਰ। ਸਹਾਇਕ ਨਦੀਆਂ ਹੇਮਾਵਤੀ, ਸੁੰਦੀ, ਵਾਕੁਲ। ਨਦੀ ਦਾ ਨਾਮ ਨਰਮਦਾ। ਸ਼ੁਰੂਆਤੀ ਸਥਾਨ ਅਮਰਕੰਟਕ, ਮੱਧ ਪ੍ਰਦੇਸ਼। ਲੰਬਾਈ 1312 ਕਿਲੋਮੀਟਰ। ਸਹਾਇਕ ਨਦੀਆਂ ਤਵਾ, ਪੁਰਨੇਰ, ਬਾਂਜੇਕ, ਸ਼ੱਕਰ, ਦੁਧੀ, ਗੰਜਲ, ਹੀਰਾ, ਬਰਨਾ ਆਦਿ। ਨਦੀ ਦਾ ਨਾਂ ਤਾਪੀ ਜਾਂ ਤਾਪੀ। ਸ਼ੁਰੂਆਤੀ ਸਥਾਨ ਮੱਧ ਪ੍ਰਦੇਸ਼ ਵਿੱਚ ਸਤਪੁੜਾ ਦੀਆਂ ਪਹਾੜੀਆਂ ਵਿੱਚੋਂ। ਮੁਲਤਾਈ ਤੋਂ ਪੁਸ਼ਕਰ, ਰਾਜਸਥਾਨ। ਲੰਬਾਈ 740 ਕਿਲੋਮੀਟਰ। ਸਹਾਇਕ ਨਦੀਆਂ ਪੂਰਨਾ, ਵੇਗਾਰ, ਗਿਰਨਾ, ਪੰਝਾਰਾ, ਬੈਤੂਲ, ਗੋਮੋਈ। ਨਦੀ ਦਾ ਨਾਂ ਲੂਨੀ। ਸ਼ੁਰੂਆਤੀ ਸਥਾਨ ਮੱਧ ਪ੍ਰਦੇਸ਼ ਵਿੱਚ। ਲੰਬਾਈ 495 ਕਿਲੋਮੀਟਰ। ਨਦੀ ਦਾ ਨਾਮ ਮਾਹੀ। ਸ਼ੁਰੂਆਤੀ ਸਥਾਨ ਵਿੰਧਿਆਚਲ ਪਹਾੜਾਂ ਵਿੱਚੋਂ। ਲੰਬਾਈ 580 ਕਿਲੋਮੀਟਰ। ਤਟੀ ਨਦੀਆਂ। ਤਟੀ ਨਦੀਆਂ ਭਾਰਤ ਦੇ ਸਮੁੰਦਰਾਂ, ਅਰਬ ਸਾਗਰ, ਬੰਗਾਲ ਦੀ ਖਾੜੀ ਅਤੇ ਹਿੰਦ ਮਹਾਸਾਗਰ ਦੇ ਨਾਲ ਲੱਗਦੇ ਤਟੀ ਖੇਤਰਾਂ ਵਿੱਚ ਵਗਦੀਆਂ ਹਨ। ਇਹ ਨਦੀਆਂ ਥੋੜ੍ਹੇ ਸਮੇਂ ਲਈ ਵਹਿੰਦੀਆਂ ਅਤੇ ਘੱਟ ਲੰਮੀਆਂ ਹੁੰਦੀਆਂ ਹਨ। ਇਹਨਾਂ ਨਦੀਆਂ ਵਿੱਚ ਪਾਣੀ ਵਰਖਾ ਰੁੱਤ ਵਿੱਚ ਹੀ ਜ਼ਿਆਦਾ ਹੁੰਦਾ ਹੈ। ਮਹਾਰਾਸ਼ਟਰ ਵਿੱਚ ਵਿਲਮਾ, ਪਲਾਰ, ਗੋਆ ਵਿੱਚ ਮਾਂਡੋਵੀ, ਸ਼ਾਪੋਰਾ, ਕਰਨਾਟਕ ਵਿੱਚ ਨੇਤਰਾਵਤੀ, ਕਾਲੀ ਨਦੀ, ਸ਼ੇਰਾਵਤੀ, ਕੁਮਾਰਧਾਰ, ਕੇਰਲ ਵਿੱਚ ਪਰਿਆਰ, ਪੌਨਾਨੀ, ਪੂਰਬ ਵੱਲ ਪੱਛਮੀ ਬੰਗਾਲ ਵਿੱਚ ਸੁਬਰਨੇਖਾ, ਖਾਰਕਾਈ, ਤਾਮਿਲਨਾਡੂ ਵਿੱਚ ਪਲਾਰ, ਵੇਗਈ, ਵਿਸ਼ਿਸ਼ਟ, ਸ਼ਵੇਤਾ, ਵੇਲਾਰ ਆਦਿ ਪ੍ਰਮੁੱਖ ਤਟੀ ਨਦੀਆਂ ਹਨ। ਅੰਦਰੂਨੀ ਨਦੀ ਤੰਤਰ। ਭਾਰਤ ਦੀਆਂ ਕੁਝ ਨਦੀਆਂ ਸਮੁੰਦਰ ਤੱਕ ਨਹੀਂ ਪਹੁੰਚਦੀਆਂ ਅਤੇ ਰਸਤੇ ਵਿੱਚ ਹੀ ਵਿਲੀਨ ਹੋ ਜਾਂਦੀਆਂ ਹਨ। ਲਗਭਗ 465 ਕਿਲੋਮੀਟਰ ਲੰਬੀ ਘੱਗਰ ਨਦੀ ਇਸ ਦੀ ਸਭ ਤੋਂ ਮਹੱਤਵਪੂਰਨ ਉਦਾਹਰਣ ਹੈ। ਇਸ ਤਰ੍ਹਾਂ ਲੂਨੀ ਨਦੀ ਰਾਜਸਥਾਨ ਅਤੇ ਲੱਦਾਖ ਵਿੱਚ ਵਗਣ ਵਾਲੀਆਂ ਨਦੀਆਂ ਇਸ ਦੀ ਉਦਾਹਰਨ ਹਨ। ਹਿਮਾਲਿਆ ਅਤੇ ਪ੍ਰਾਇਦੀਪੀ ਨਦੀਆਂ ਵਿੱਚ ਅੰਤਰ। ਹਿਮਾਲਿਆ ਦੀਆਂ ਨਦੀਆਂ ਅਤੇ ਪ੍ਰਾਇਦੀਪੀ ਨਦੀਆਂ। ਹਿਮਾਲਿਆ ਦੀਆਂ ਨਦੀਆਂ ਨੰਬਰ 1। ਇਹ ਹਿਮਾਲਿਆ ਦੇ ਪਹਾੜਾਂ ਵਿੱਚੋਂ ਨਿਕਲਦੀਆਂ ਹਨ। ਪ੍ਰਾਇਦੀਪੀ ਨਦੀਆਂ। ਨੰਬਰ 1 ਪ੍ਰਾਇਦੀਪੀ ਪਠਾਰ ਦੀਆਂ ਪਹਾੜੀਆਂ ਦੀਆਂ ਲੜੀਆਂ ਵਿੱਚੋਂ ਨਿਕਲਦੀਆਂ ਹਨ। ਹਿਮਾਲਿਆ ਨਦੀਆਂ। ਨੰਬਰ 2 ਇਹਨਾਂ ਨਦੀਆਂ ਦੇ ਜਲ ਤੰਤਰ ਵੱਡੇ ਹਨ। ਪ੍ਰਾਇਦੀਪੀ ਨਦੀਆਂ। ਨੰਬਰ 2 ਇਹਨਾਂ ਦੇ ਜਲ ਤੰਤਰ ਛੋਟੇ ਹਨ। ਹਿਮਾਲਿਆ ਨਦੀਆਂ। ਨੰਬਰ 3 ਸਾਰਾ ਸਾਲ ਪਾਣੀ ਨਾਲ ਭਰੀਆਂ ਰਹਿੰਦੀਆਂ ਹਨ। ਪ੍ਰਾਇਦੀਪੀ ਨਦੀਆਂ। ਨੰਬਰ 3 ਇਹ ਪ੍ਰਾਇਦੀਪੀ ਨਦੀਆਂ ਮੌਸਮੀ ਨਦੀਆਂ ਹਨ। ਇਹਨਾਂ ਵਿੱਚ ਪਾਣੀ ਆਮ ਤੌਰ 'ਤੇ ਵਰਖਾ ਰੁੱਤ ਵਿੱਚ ਆਉਂਦਾ ਹੈ। ਹਿਮਾਲਿਆ ਦੀਆਂ ਨਦੀਆਂ। ਨੰਬਰ 4 ਗਹਿਰੀਆਂ ਖੱਡਾਂ ਵਿੱਚੋਂ ਵਹਿੰਦੀਆਂ ਹਨ। ਪ੍ਰਾਇਦੀਪੀ ਨਦੀਆਂ। ਨੰਬਰ 4 ਤੰਗ ਅਤੇ ਸੋੜੀਆਂ ਦਰਾੜ ਘਾਟੀਆਂ ਵਿੱਚੋਂ ਵਹਿੰਦੀਆਂ ਹਨ। ਹਿਮਾਲਿਆ ਨਦੀਆਂ। ਨੰਬਰ 5 ਇਹ ਨਦੀਆਂ ਆਪਣੀ ਜਵਾਨ ਅਵਸਥਾ ਵਿੱਚ ਹਨ। ਪ੍ਰਾਇਦੀਪੀ ਨਦੀਆਂ। ਨੰਬਰ 5 ਇਹ ਨਦੀਆਂ ਬੁੱਢੀ ਅਵਸਥਾ ਵਿੱਚ ਹਨ। ਹਿਮਾਲਿਆ ਦੀਆਂ ਨਦੀਆਂ। ਨੰਬਰ 6 ਇਹ ਨਦੀਆਂ ਡੈਲਟੇ ਬਣਾਉਂਦੀਆਂ ਹਨ। ਗੰਗਾ ਬ੍ਰਹਮਪੁੱਤਰ ਡੈਲਟਾ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਹੈ। ਪ੍ਰਾਇਦੀਪੀ ਨਦੀਆਂ। ਨੰਬਰ 6 ਗੋਦਾਵਰੀ, ਕ੍ਰਿਸ਼ਨਾ, ਕਾਵੇਰੀ ਨਦੀਆਂ ਡੈਲਟਾ ਬਣਾਉਂਦੀਆਂ ਹਨ। ਨਰਮਦਾ ਅਤੇ ਤਾਪੀ ਨਦੀਆਂ ਐਸਚੁਰੀ ਬਣਾਉਂਦੀਆਂ ਹਨ।
ਭਾਰਤ ਦੀਆਂ ਪ੍ਰਮੁੱਖ ਝੀਲਾਂ। ਇਸ ਵਿੱਚ ਭਾਰਤ ਦੀਆਂ ਕਾਫੀ ਪ੍ਰਮੁੱਖ ਝੀਲਾਂ ਬਾਰੇ ਦੱਸਿਆ ਗਿਆ ਹੈ। ਇਸ ਨਕਸ਼ੇ ਨੂੰ ਧਿਆਨ ਨਾਲ ਦੇਖਿਆ ਜਾਵੇ ਤੇ ਸਮਝਿਆ ਜਾਵੇ। ਝੀਲਾਂ ਕੀ ਹੁੰਦੀਆਂ ਹਨ? ਝੀਲਾਂ ਭਾਰਤ ਦੀਆਂ ਪ੍ਰਮੁੱਖ ਝੀਲਾਂ ਵਿੱਚ ਅਸ਼ਟਾਮੁਦੀ, ਭੀਮਤਾਲ, ਚੰਦਰਤਾਲ, ਚਿਲਕਾ, ਡੱਲ ਦੇ ਬਾਰ, ਹਿਮਾਇਤ ਸਾਗਰ, ਹੁਸੈਨ ਸਾਗਰ, ਕਾਲੀਵੇਲੀ, ਖਜਿਆਰ, ਕੋਲੇਰੋ, ਲੋਕਤਾਲ, ਉਸਮਾਨ ਸਾਗਰ, ਪੌਨਗੋਂਗਸੋ, ਪੁਲੀਕਟ, ਪੁਸ਼ਕਰ, ਰੇਣੂਕਾ, ਰੂਪਕੁੰਡ, ਸਾਂਬਰ, ਸ਼ਸ਼ਟਮਕੋਟਾ, ਸਤਤਾਲ, ਸੂਰਜਤਾਲ, ਵੈਂਬਾਨੰਦ ਤੇ ਵੂਲਰ ਆਦਿ ਪ੍ਰਮੁੱਖ ਝੀਲਾਂ ਹਨ। ਝੀਲਾਂ ਦਾ ਪਾਣੀ ਵਰਖਾ ਤੋਂ ਜਾਂ ਗਲੇਸ਼ੀਅਰ ਦੀ ਬਰਫ਼ ਪਿਘਲਣ ਨਾਲ ਮਿਲਦਾ ਹੈ। ਜੰਮੂ ਕਸ਼ਮੀਰ ਵਿੱਚ ਡੱਲ ਤੇ ਵੂਲਰ ਝੀਲ ਸਰਦੀਆਂ ਵਿੱਚ ਠੰਡ ਨਾਲ ਜੰਮ ਜਾਂਦੀਆਂ ਹਨ। ਕਈ ਝੀਲਾਂ ਮਨੁੱਖ ਦੁਆਰਾ ਵੀ ਬਣਾਈਆਂ ਜਾਂਦੀਆਂ ਹਨ, ਜਿਵੇਂ ਭਾਖੜਾ ਡੈਮ ਦੇ ਪਿੱਛੇ ਗੋਬਿੰਦ ਸਾਗਰ ਝੀਲ। ਰਾਜਸਥਾਨ ਵਿੱਚ ਸਾਬਰ ਝੀਲ ਖਾਰੇ ਪਾਣੀ ਦੀ ਝੀਲ ਹੈ। ਸੈਰ ਸਪਾਟੇ ਦੇ ਲਿਹਾਜ਼ ਨਾਲ ਵੀ ਇਹ ਝੀਲਾਂ ਬਹੁਤ ਮਹੱਤਵਪੂਰਨ ਹਨ। ਇਸ ਚਿੱਤਰ ਵਿੱਚ ਨੈਨੀਤਾਲ ਝੀਲ ਦਾ ਮਨੋਹਰ ਦ੍ਰਿਸ਼ ਦਿਖਾਇਆ ਗਿਆ ਹੈ। ਇਹ ਉੱਤਰਾਖੰਡ ਵਿੱਚ ਹੈ। ਇਹ ਚਾਰੇ ਪਾਸੇ ਘਿਰੀ ਹੁੰਦੀ ਹੈ ਤੇ ਝੀਲ ਇੱਕ ਸਥਾਨ 'ਤੇ ਹੁੰਦੀ ਹੈ। ਇਸ ਦਾ ਪਾਣੀ ਅੱਗੇ ਵਗਦਾ ਨਹੀਂ ਹੈ। ਭਾਰਤੀ ਆਰਥਿਕਤਾ ਵਿੱਚ ਨਦੀਆਂ ਦਰਿਆਵਾਂ ਦੀ ਭੂਮਿਕਾ। ਸੰਸਾਰ ਦੀਆਂ ਸਭ ਤੋਂ ਪ੍ਰਾਚੀਨ ਸੱਭਿਅਤਾਵਾਂ ਵਿੱਚੋਂ ਇੱਕ ਸਿੰਧ ਘਾਟੀ ਦੀ ਸੱਭਿਅਤਾ ਸਿੰਧ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਕੰਢੇ ਹੀ ਪ੍ਰਫੁੱਲਿਤ ਹੋਈ ਸੀ। ਪਾਣੀ ਨੇ ਸੰਸਾਰ ਦੀਆਂ ਸੱਭਿਅਤਾਵਾਂ ਨੂੰ ਜਨਮ ਦਿੱਤਾ ਹੈ। ਲੋਕ ਪਾਣੀ ਮਿਲਣ ਵਾਲੇ ਸਥਾਨ ਉੱਤੇ ਹੀ ਪੱਕੇ ਤੌਰ 'ਤੇ ਵਸਦੇ ਹਨ। ਨਾ ਮਿਲਣ 'ਤੇ ਉੱਜੜ ਵੀ ਜਾਂਦੇ ਹਨ। ਲੋਕ ਗੀਤ, ਕਹਾਣੀਆਂ, ਲੋਕ ਨਾਚ ਪਾਣੀ 'ਤੇ ਆਧਾਰਿਤ ਰਹੇ ਹਨ। ਇਸ ਤਰ੍ਹਾਂ ਭਾਰਤ ਦੀਆਂ ਨਦੀਆਂ ਵੀ ਭਾਰਤੀ ਆਰਥਿਕਤਾ ਦੇ ਪ੍ਰਾਣ ਹਨ। ਪਾਣੀ ਸਭ ਤੋਂ ਮਹੱਤਵਪੂਰਨ ਕੁਦਰਤੀ ਸੋਮਾ ਹੈ। ਇਹ ਸਾਡੀ ਜ਼ਿੰਦਗੀ ਨਾਲ ਹਰ ਪੱਖੋਂ ਹੀ ਜੁੜਿਆ ਹੋਇਆ ਹੈ। ਜਿਊਣ ਲਈ, ਖੇਤੀਬਾੜੀ ਵਿੱਚ, ਸਿੰਜਾਈ ਲਈ, ਉਦਯੋਗਾਂ ਵਿੱਚ, ਘਰਾਂ ਵਿੱਚ, ਹਰ ਜਗ੍ਹਾ ਪਾਣੀ ਦੀ ਲੋੜ ਹੈ। ਭਾਰਤੀ ਨਦੀਆਂ ਦੇ ਉਸਾਰੇ ਪਾਣੀ ਬਿਜਲੀ ਘਰ ਭਾਰਤ ਦੇ ਕਾਰਖਾਨਿਆਂ ਨੂੰ ਚਲਾ ਰਹੇ ਹਨ। ਸਾਡੇ ਘਰ ਬਿਜਲੀ ਨਾਲ ਰੋਸ਼ਨ ਹਨ। ਅੰਦਰੂਨੀ ਜਲਮਾਰਗੀ ਆਵਾਜਾਈ ਵੀ ਭਾਰਤੀ ਆਰਥਿਕਤਾ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਨਦੀਆਂ ਵਿੱਚ ਪ੍ਰਦੂਸ਼ਣ ਅਤੇ ਇਸ ਦੀ ਰੋਕਥਾਮ ਲਈ ਚੁੱਕੇ ਜਾਣ ਵਾਲੇ ਕਦਮ। ਭਾਰਤ ਵਿੱਚ ਜ਼ਿਆਦਾਤਰ ਨਦੀਆਂ ਦਾ ਜਾਲ ਮਨੁੱਖੀ ਦੁਰਵਰਤੋਂ ਕਾਰਨ ਸਪਸ਼ਟ ਢੰਗਾਂ ਨਾਲ ਵਰਣਨ ਦੇ ਯੋਗ ਨਹੀਂ ਰਿਹਾ। ਗੰਗਾ ਸਮੇਤ ਕਈ ਵੱਡੀਆਂ ਛੋਟੀਆਂ ਨਦੀਆਂ ਵਿੱਚ ਪ੍ਰਦੂਸ਼ਣ ਦੀ ਮਾਤਰਾ ਖਤਰੇ ਦੀ ਹੱਦ ਤੋਂ ਵੀ ਕਿਤੇ ਜ਼ਿਆਦਾ ਹੈ। ਨਦੀਆਂ ਦੇ ਸਾਫ਼ ਪਾਣੀ ਵਿੱਚ ਸੀਵਰੇਜ, ਕੀਟਨਾਸ਼ਕ, ਨਦੀਨਾਸ਼ਕ, ਉੱਲੀਨਾਸ਼ਕ ਰਲੇ ਹਨ, ਜੋ ਕਿ ਖੇਤੀਬਾੜੀ ਵਿੱਚ ਅੰਨ੍ਹੇਵਾਹ ਵਰਤੋਂ ਕਾਰਨ ਮੀਂਹ ਦੇ ਪਾਣੀ ਨਾਲ ਵਹਿ ਕੇ ਨਾਲਿਆਂ ਅਤੇ ਫਿਰ ਨਦੀਆਂ ਵਿੱਚ ਪਹੁੰਚ ਜਾਂਦੇ ਹਨ। ਇਸ ਤਰ੍ਹਾਂ ਉਦਯੋਗਾਂ ਵਿੱਚੋਂ ਨਿਕਲੇ ਜ਼ਹਿਰੀਲੇ ਪਦਾਰਥ ਜਿਵੇਂ ਆਰਸੈਨਿਕ, ਕੋਡੀਅਮ, ਤਾਂਬਾ, ਸਿੱਕਾ, ਮੈਗਨੀਸ਼ੀਅਮ, ਪਾਰਾ, ਨਿਕਲ, ਜ਼ਿੰਕ ਆਦਿ ਮਨੁੱਖ ਨੂੰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਬਣਾ ਰਹੇ ਹਨ। ਇਹਨਾਂ ਜ਼ਹਿਰਾਂ ਨਾਲ ਸਾਡੇ ਦਿਮਾਗੀ ਤੇ ਸੂਝ ਸ਼ਕਤੀ, ਨਰਵਸ ਸਿਸਟਮ, ਜਿਗਰ, ਗੁਰਦੇ, ਪੇਟ, ਅੰਤੜੀਆਂ, ਦਿਲ ਆਦਿ ਨੁਕਸਾਨੇ ਜਾ ਰਹੇ ਹਨ। ਇਹਨਾਂ ਪ੍ਰਦੂਸ਼ਿਤ ਪਦਾਰਥਾਂ ਨਾਲ ਨਾ ਸਿਰਫ ਮਨੁੱਖ ਸਗੋਂ ਜਲ ਵਿਚਲੇ ਜੀਵ, ਜਾਨਵਰ, ਪੰਛੀ ਵੀ ਮਰ ਰਹੇ ਹਨ। ਰੋਕਥਾਮ। ਨਦੀਆਂ ਵਿੱਚ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰਾਂ ਤਾਂ ਸਮੇਂ-ਸਮੇਂ 'ਤੇ ਕਦਮ ਚੁੱਕਦੀਆਂ ਹਨ, ਸਗੋਂ ਮਨੁੱਖ ਨੂੰ ਆਪ ਜਾਗਰੂਕ ਹੋ ਕੇ ਇਸ ਪਾਸੇ ਕੰਮ ਕਰਨੇ ਵੀ ਜ਼ਰੂਰੀ ਹਨ। ਅਪ੍ਰੈਲ 1986 ਈਸਵੀ ਵਿੱਚ ਗੰਗਾ ਐਕਸ਼ਨ ਪਲਾਨ ਬਣਾਇਆ ਗਿਆ ਸੀ ਤੇ ਇਸ ਨੂੰ ਜਾਰੀ ਰੱਖਦੇ ਹੋਏ 2009 ਵਿੱਚ ਤਤਕਾਲੀਕ ਸਰਕਾਰ ਨੇ ਨੈਸ਼ਨਲ ਗੰਗਾ ਬੇਸਿਨ ਅਥਾਰਟੀ ਦਾ ਨਿਰਮਾਣ ਕੀਤਾ ਸੀ। ਸੰਨ 2015 ਵਿੱਚ ਕੇਂਦਰ ਸਰਕਾਰ ਨੇ ਗੰਗਾ ਨਦੀ ਨੂੰ ਸਾਫ਼ ਕਰਨ ਲਈ ਮਹੱਤਵਪੂਰਨ ਕਦਮ ਚੁੱਕੇ ਹਨ ਅਤੇ ਇਸ ਯੋਜਨਾ ਵਿੱਚ ਪੰਜਾਬ ਤੇ ਸਤਲੁਜ ਦਰਿਆ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਸਰਕਾਰ ਦੇ ਯਤਨਾਂ ਦੇ ਨਾਲ ਨਾਲ ਆਮ ਮਨੁੱਖ ਨੂੰ ਵੀ ਆਪਣੇ ਪਾਣੀ ਦੇ ਸਰੋਤਾਂ ਨੂੰ ਸਾਂਭ ਕੇ ਰੱਖਣਾ, ਖਾਦਾਂ, ਕੀਟਨਾਸ਼ਕ ਦੀ ਵਰਤੋਂ ਸਮਝਣ ਨਾਲ ਕਰਨ ਤੇ ਨਦੀਆਂ ਨੂੰ ਬਚਾਉਣ ਲਈ ਪਿੰਡ ਪੱਧਰ 'ਤੇ ਉਪਰਾਲੇ ਕਰਨੇ ਜ਼ਰੂਰੀ ਹਨ। ਨਦੀਆਂ ਵਿੱਚ ਕੋਈ ਵੀ ਰਸਾਇਣ, ਘਰੇਲੂ ਸੀਵਰੇਜ, ਉਦਯੋਗਾਂ ਤੋਂ ਨਿਕਲੇ ਗੰਦੇ ਪਾਣੀ ਨੂੰ ਸੁੱਟਣ ਤੋਂ ਪਹਿਲਾਂ ਉਸ ਵਿੱਚ ਜ਼ਹਿਰੀਲੇ ਤੱਤ ਬਾਹਰ ਕੱਢਣ ਲਈ ਵਾਟਰ ਟਰੀਟਮੈਂਟ ਪਲਾਂਟ ਲਗਾਉਣੇ, ਕਾਨੂੰਨੀ ਪੱਧਰ 'ਤੇ ਜ਼ਰੂਰੀ ਕਰਨ ਤੇ ਵਾਤਾਵਰਨ ਬਚਾਉਣ ਲਈ ਬਣੇ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਕੇ ਹੀ ਅਸੀਂ ਆਪਣੇ ਕੀਮਤੀ ਸਰੋਤ ਪਾਣੀ ਦੀ ਸੰਭਾਲ ਕਰ ਸਕਦੇ ਹਾਂ। ਸੰਸਾਰ ਦਾ ਤਾਪਮਾਨ ਵਧਣ ਕਾਰਨ ਵੱਡੀਆਂ ਨਦੀਆਂ ਵਿੱਚ ਪਾਣੀ ਦੇ ਪੱਧਰ ਵਿੱਚ ਬਹੁਤ ਕਮੀ ਆਈ ਹੈ। ਚੀਨ ਦੀ ਪੀਲੀ ਨਦੀ, ਗੰਗਾ, ਅਮਰੀਕਾ ਵਿੱਚ ਕੋਲੋਰਾਡੋ ਆਦਿ ਸਭ ਸੁੱਕ ਰਹੀਆਂ ਹਨ। ਸੋ ਅੱਜ ਸਮੁੱਚੇ ਵਿਸ਼ਵ ਪੱਧਰ 'ਤੇ ਵਿਗਿਆਨਕਾਂ, ਬੁੱਧੀਜੀਵੀਆਂ
ਤੇ ਸਰਕਾਰਾਂ ਨੂੰ ਨਦੀਆਂ ਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਹੰਭਲੇ ਮਾਰਨੇ ਪੈਣਗੇ। ਧੰਨਵਾਦ।